ਹੈਲੋ। ਹਾਂਜੀ, ਗੁੱਡ ਆਫਟਰਨੂਨ। ਜਿਵੇਂ ਪਿਛਲੀ ਵੀਡੀਓ 'ਚ ਦੱਸਿਆ ਵੀ ਅੱਜ 2 ਲੈਕਚਰ ਪਾਉਣੇ ਸੀ, ਪੋਲੀਟੀ ਦੇ ਪੋਸਟ ਕਰਨੀ ਸੀ। ਇੱਕ ਤਾਂ ਸੀਗਾ ਸੋਰਸਿਸ ਆਫ ਇੰਡੀਅਨ ਕੌਨਸਟੀਟਿਊਸ਼ਨ। ਇਹ ਵਾਲਾ ਲੈਕਚਰ ਹੈ ਜਿਹੜਾ, ਇਹ ਹੈ ਸੇਲੀਐਂਟ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ। ਬਹੁਤ ਛੋਟਾ ਜਿਹਾ ਤਿਆਰ ਕੀਤਾ ਹੈ, ਵੈਸੇ ਇਹ ਬਹੁਤ ਬੜਾ ਅਤੇ ਬਹੁਤ ਡੀਪਲੀ ਅਤੇ ਬਹੁਤ ਲੈਂਥੀਐਸਟ ਵੀ ਹੋ ਸਕਦਾ, ਬਟ ਆਪਾਂ ਆਪਣੇ ਸੰਵਿਧਾਨ ਵਾਂਗ ਲੈਂਥੀਐਸਟ ਨਾ ਕਰਦੇ ਹੋਏ ਬਹੁਤ ਛੋਟਾ ਜਿਹਾ ਕੀਤਾ। ਇਹ 15 ਪੁਆਇੰਟਸ ਨੇ ਸੇਲੀਐਂਟ। ਸਭ ਤੋਂ ਪਹਿਲਾਂ ਤਾਂ ਇਹਨੂੰ ਬੋਲਣ ਦਾ ਧਿਆਨ ਦੇਖਣਾ, ਸਾਈਲੈਂਟ ਨਹੀਂ ਬੋਲਣਾ, ਸੇਲੀਐਂਟ ਨਹੀਂ। ਥੋੜ੍ਹਾ ਸਭ ਤੋਂ ਪਹਿਲਾਂ ਧਿਆਨ ਰੱਖਿਓ ਕਿ ਸੇਲੀਐਂਟ ਫੀਚਰਸ ਜਿਹਨੇ ਇਹ 15 ਪੁਆਇੰਟ ਡਿਟੇਲ 'ਚ ਪੜ੍ਹ ਲਏ ਜਾਂ ਸਮਝ ਲਏ ਜਾਂ ਤੁਸੀਂ ਆਪਣੇ ਨੋਟਸ ਬਣਾ ਲਏ, ਉਹਨਾਂ ਸਾਰਾ ਇੱਕ ਤਰ੍ਹਾਂ ਦਾ ਸਿਨੈਰੀਓ ਅਤੇ ਸਾਡੇ ਸੰਵਿਧਾਨ ਦਾ ਸਾਰਾ ਕੁਛ A to Z ਪਤਾ ਲੱਗ ਜਾਏਗਾ। ਇਹ 15 ਪੁਆਇੰਟਸ ਦੇ ਵਿੱਚ ਘੱਟੋ ਘੱਟ 100 ਕੁਐਸਚਨਸ ਤਾਂ ਤੁਹਾਡੇ ਕਲੀਅਰ ਹੋ ਜਾਣਗੇ। ਅਤੇ ਸਮਾਂ ਨਾ ਲੈਂਦੇ ਹੋਏ ਅਤੇ ਸਟਾਰਟ ਕਰਦੇ ਹਾਂ। ਹਾਂਜੀ, ਉਸ ਤੋਂ ਪਹਿਲਾਂ ਅੱਜ 21 ਅਪ੍ਰੈਲ ਹੈ। 21 ਅਪ੍ਰੈਲ ਨੈਸ਼ਨਲ ਸਿਵਲ ਸਰਵਿਸਿਜ਼ ਡੇ ਹੁੰਦਾ, ਠੀਕ ਹੈ। 1947 ਦੇ ਵਿੱਚ ਵੱਲਭ ਭਾਈ ਪਟੇਲ ਨੇ ਸਿਵਲ ਸਰਵੈਂਟਸ ਨੂੰ ਸਟੀਲ ਫਰੇਮ ਆਫ ਇੰਡੀਆ ਕਿਹਾ ਸੀ, ਤਾਂ ਇਹ ਉਹਦਾ ਥੀਮ ਸੀ। ਇਹ ਸਾਰੇ ਜਣੇ ਪੜ੍ਹ ਲੈਣਾ, ਯਾਦ ਕਰ ਲੈਣਾ। ਕੱਲ੍ਹ ਨੂੰ 22 ਅਪ੍ਰੈਲ ਹੈ, ਉਹ ਤੁਸੀਂ ਦੱਸਿਓ ਸਾਰੇ ਕਮੈਂਟਸ 'ਚ ਕੀ ਹੁੰਦਾ। ਸੋ ਸਟਾਰਟ ਦ ਟੋਪਿਕ। ਸੇਲੀਐਂਟ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ। ਪਹਿਲਾ ਬਹੁਤ ਛੋਟਾ ਜਿਹਾ, ਲੈਂਥੀਅਸ ਰਿਟਨ ਕੌਨਸਟੀਟਿਊਸ਼ਨ। ਲੈਂਥੀਅਸ ਰਿਟਨ ਕੌਨਸਟੀਟਿਊਸ਼ਨ, ਲੌਂਗੈਸਟ ਰਿਟਨ ਕੌਨਸਟੀਟਿਊਸ਼ਨ ਇਨ ਦਾ ਵਰਲਡ, ਠੀਕ ਹੈ ਜੀ। ਪੁਆਇੰਟ ਵਰਗਾ ਹੀ ਮਤਲਬ ਹੈ। ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ, ਦੁਨੀਆ ਦਾ ਸਭ ਤੋਂ ਜ਼ਿਆਦਾ ਲੰਬਾ ਲਿਖਿਆ, ਭਾਰਾ, ਸਿੰਪਲ ਭਾਸ਼ਾ 'ਚ ਕਿਹਾ ਜਾਂਦਾ ਮੋਸਟਲੀ ਬੋਰਡ ਕੌਨਸਟੀਟਿਊਸ਼ਨ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਾਹਰੋਂ ਮੰਗੀਆਂ। ਲਾਸਟ ਵਾਲੀ ਵੀਡੀਓ 'ਚ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਿਤੋਂ ਨਾ ਕਿਤੋਂ ਬੋਰੋ ਕੀਤੀਆਂ ਹੋਈਆਂ ਨੇ। ਪਹਿਲੇ 2 ਪੁਆਇੰਟਸ ਆਪਸ ਦੇ ਵਿੱਚ ਮਿਲਦੇ ਜੁਲਦੇ ਨੇ। ਜਿਹੜੀ ਕਟਿੰਗ ਹੁੰਦੀ ਜਾਂਦੀ ਹੈ ਮੇਰੇ ਤੋਂ ਲਿਖਦੇ ਹੋਏ, ਤਾਂ ਉਹਦੇ ਲਈ ਸੌਰੀ। ਲੈਂਥੀਅਸ ਰਿਟਨ ਕੌਨਸਟੀਟਿਊਸ਼ਨ ਦੁਨੀਆ ਦਾ ਸਭ ਤੋਂ ਲੰਬਾ ਰਿਟਨ ਕੌਨਸਟੀਟਿਊਸ਼ਨ ਹੈ ਜੀ, ਬਲਕੀਐਸਟ ਹੈ। ਮੇਰੀ ਦੂਜੀ ਵੀਡੀਓ 'ਚ ਦੇਖਿਓ, ਜਿਹਦੇ ਵਿੱਚ ਮੈਂ ਕੰਪੈਰੀਜ਼ਨ ਕਰਾਇਆ ਸੀ 1950 ਅਤੇ 2021 ਦੇ ਸੰਵਿਧਾਨ ਦਾ। 1950 ਦੇ ਵਿੱਚ ਪਾਰਟਸ ਹਨ 22, ਅੱਜ ਵੀ 25 ਪਾਰਟਸ ਨੇ 21 'ਚ, ਬਟ ਮੈਂ ਉਹਦਾ ਕੰਪੈਰੀਜ਼ਨ ਤੁਹਾਨੂੰ ਦੱਸਤਾ ਸੀ। ਹੈਗੇ ਲਿਖੇ ਤਾਂ ਅੱਜ ਵੀ ਬੁੱਕਸ 22 ਹੀ ਜਾਂਦੇ ਨੇ, 23, 24, 25 ਨੰਬਰ ਐਗਜ਼ਿਸਟ ਨਹੀਂ ਕਰਦੇ, ਬਟ ਉਹ ਸਬਸਟੀਚਿਊਟ ਲਈ ਐਗਜ਼ਿਸਟ ਕਰਦੇ ਨੇ। ਆਰਟੀਕਲ 395 ਸਨ ਓਰੀਜਨਲੀ, ਅੱਜ ਵੀ 395 ਨੇ, ਬਟ ਜੇ ਆਪਾਂ ਸਬਸਟੀਚਿਊਟ ਉਹ ਆਰਟੀਕਲਸ ਨੂੰ ਕਾਊਂਟ ਕਰੀਏ ਤਾਂ 500 ਤੋਂ ਉੱਪਰ ਚਲੇ ਜਾਣਗੇ। ਅਮੈਂਡਮੈਂਟ ਉਦੋਂ 0 ਸੀਗੀਆਂ, ਅੱਜ 104 ਹੋ ਗਈਆਂ। ਅਤੇ ਸ਼ਡਿਊਲਸ 8 ਸਨ ਅਤੇ ਅੱਜ 12 ਹੋ ਗਏ। ਇਸ ਕਰਕੇ 2 ਸਾਲ 11 ਮਹੀਨੇ 18 ਦਿਨ 64 ਲੱਖ, ਬਹੁਤ ਵੱਡੀ ਮਸ਼ੀਨਰੀ। ਸਾਈਨ ਵੀ 284 ਮੈਂਬਰਸ ਨੇ ਕੀਤਾ। ਇਹ ਚੀਜ਼ਾਂ ਕਾਊਂਟ ਕਰ ਲੈਂਦੇ। ਵੈਸੇ ਦੁਨੀਆ ਦਾ ਸਭ ਤੋਂ ਜ਼ਿਆਦਾ ਟਾਈਮ ਲੱਗਣ ਵਾਲਾ ਕੌਨਸਟੀਟਿਊਸ਼ਨ ਸੀ ਆਸਟ੍ਰੇਲੀਆ, 9 ਈਅਰਸ, ਬਟ ਸਭ ਤੋਂ ਲੌਂਗੈਸਟ ਰਿਟਨ ਹੀ ਸਾਡਾ। ਉਹਨਾਂ ਦੇ ਆਰਟੀਕਲ 127, 28 ਨੇ ਸਿਰਫ। ਦੂਜਾ ਪੁਆਇੰਟ, ਡਰਾਨ ਫਰੋਮ ਵੇਰੀਅਸ ਸੋਰਸਿਸ। ਮੈਂ ਇਹ ਪਹਿਲੇ ਪੁਆਇੰਟ ਦੇ ਵਿੱਚ ਹੀ ਸਾਰਾ ਕੁਝ ਦੱਸਤਾ। ਬੋਰੋਡ ਫਰੋਮ ਮੈਨੀ ਕੰਟਰੀਜ਼, ਬਹੁਤ ਸਾਰੇ ਦੇਸ਼ਾਂ ਤੋਂ ਮੰਗਿਆ ਗਿਆ। ਬਹੁਤ ਕੰਸੈਪਟ ਅਸੀਂ ਇੱਧਰੋਂ ਉੱਧਰੋਂ ਲਏ, ਅਤੇ ਬਹੁਤ ਸਾਰੇ ਕੰਸੈਪਟ ਨੇ ਜਿਹੜੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਹੀ ਦੇਣ ਨੇ। ਅਤੇ ਇਸੇ ਕਰਕੇ BR ਅੰਬੇਦਕਰ ਨੇ ਇਸ ਚੀਜ਼ ਨੂੰ ਬੜੇ ਪ੍ਰਾਊਡਲੀ ਕਿਹਾ ਸੀਗਾ। ਉਹ ਚੀਜ਼ ਮੈਂ ਪਹਿਲਾਂ ਵੀ ਦੱਸ ਚੁੱਕਿਆ ਅਤੇ ਅੱਜ ਵੀ ਦੁਬਾਰਾ ਦੱਸ ਦਿੰਦਾ। ਰੈਨਸੈਕਿੰਗ ਆਫ ਨੋਨ ਕੌਨਸਟੀਟਿਊਸ਼ਨ ਆਫ ਦਾ ਵਰਲਡ, ਕਿ ਦੁਨੀਆ ਦੇ ਸਾਰੇ ਸੰਵਿਧਾਨਾਂ ਨੂੰ ਇਕੱਠਾ ਕੀਤਾ ਗਿਆ ਹੈ, ਅਤੇ ਇਸ ਕਰਕੇ ਸਾਡਾ ਸਾਰੇ ਸੰਵਿਧਾਨ ਸਾਡੇ ਡਰਾਨ ਫਰੋਮ ਵੇਰੀਅਸ ਸੋਰਸਿਸ, ਆਮ ਭਾਸ਼ਾ 'ਚ ਇੱਧਰੋਂ ਉੱਧਰੋਂ ਜਾਂ ਕਾਫੀ ਸੋਰਸਿਸ ਨਹੀਂ। ਉਹ ਸੋਰਸਿਸ ਦੀ ਵੀਡੀਓ ਮੈਂ ਤੁਹਾਨੂੰ ਆਲਰੇਡੀ ਪੋਸਟ ਕਰ ਚੁੱਕੇ ਨੇ, ਠੀਕ ਹੈ ਜੀ। ਅੱਗੇ 3rd ਪੁਆਇੰਟ ਵੱਲ ਵੱਧਦੇ ਹਾਂ, ਬਲੈਂਡ ਆਫ ਫਲੈਕਸੀਬਿਲਿਟੀ ਐਂਡ ਰਿਜਿਡਿਟੀ। ਦੇਖੋ USA ਨੇ ਕੌਨਸਟੀਟਿਊਸ਼ਨ ਸਭ ਤੋਂ ਪਹਿਲਾਂ ਬਣਾਇਆ ਦੁਨੀਆ 'ਚ। ਉਹਨਾਂ ਦਾ ਕੌਨਸਟੀਟਿਊਸ਼ਨ ਰਿਜਿਡ ਹੈ, ਮਤਲਬ ਉਹ ਅਮੈਂਡ ਨਹੀਂ ਹੋ ਸਕਦਾ। ਬਟ ਮੈਂ ਅਮੈਂਡ ਉਹ ਵੀ ਹੋ ਸਕਦਾ। ਉਹਨੂੰ ਅਮੈਂਡ ਕਰਨ ਵਾਸਤੇ ਸਭ ਤੋਂ ਪਹਿਲਾਂ ਇੱਕ ਕਮੇਟੀ ਗਠਿਤ ਕੀਤੀ ਜਾਊਗੀ। ਉਹ ਕਮੇਟੀ ਹੀ ਉਸ ਪ੍ਰੋਬਲਮ 'ਤੇ ਕੰਮ ਕਰੂਗੀ। ਜੇ ਤਾਂ ਉਹ ਪ੍ਰੋਬਲਮ ਉਸ ਕਮੇਟੀ ਨੇ ਸੌਟ ਆਊਟ ਕਰਤੀ, ਫਿਰ ਤਾਂ ਹੈ ਹੀ ਨਹੀਂ, ਫਿਰ ਤਾਂ ਰੀਜ਼ਨ ਹੀ ਨਹੀਂ ਬਚਦਾ ਕਿ ਉਹ ਅਮੈਂਡ ਕਰੇ। ਪਰ ਭਾਰਤੀ ਕੌਨਸਟੀਟਿਊਸ਼ਨ ਕਿਤੇ ਕਿਤੇ ਇੰਨਾ ਕੁ ਫਲੈਕਸੀਬਲ ਹੈ ਕਿ ਬਹੁਤ ਜਲਦੀ ਅਮੈਂਡ ਕਰ ਦਿੱਤਾ ਜਾਂਦਾ, ਅਤੇ ਕਿਤੇ ਕਿਤੇ ਤਾਂ ਇੰਨਾ ਕੁ ਰਿਜਿਡ ਹੈ ਕਿ ਇਹਨੂੰ ਅਮੈਂਡ ਕੀਤਾ ਬੜਾ ਔਖਾ ਪ੍ਰੋਸੈਸ ਹੈ। ਅਮੈਂਡ ਕਰਨਾ ਇਹਨੂੰ ਬੜਾ ਔਖਾ ਪ੍ਰੋਸੈਸ ਹੈ। ਤਾਂ ਉਹਨਾਂ ਦਾ ਪੂਰਾ ਰਿਜਿਡ ਹੈ। USA ਦਾ ਕੌਨਸਟੀਟਿਊਸ਼ਨ 27 ਆਰਟੀਕਲ ਨੇ, 4 ਤੋਂ 5 ਆਰਟੀਕਲਸ ਨੇ, ਅਤੇ 27 ਜਾਂ 26 ਵਾਰ ਹੀ ਅਮੈਂਡ ਹੋਇਆ। ਅਤੇ ਸਾਡਾ ਸੰਵਿਧਾਨ ਤਾਂ ਤੁਹਾਨੂੰ ਪਤਾ ਹੀ ਹੈ,
1950 'ਚ ਲਾਗੂ ਹੋਇਆ, ਬਣਿਆ 1949 'ਚ ਕਲੇਮ ਕੰਪਲੀਟ ਹੋ ਗਿਆ ਸੀ। 50 'ਚ ਲਾਗੂ ਹੋਣ ਤੋਂ ਬਾਅਦ 71 ਸਾਲਾਂ 'ਚ 104 ਵਾਰ ਅਮੈਂਡ ਹੋ ਗਿਆ। ਯਾਨੀ ਕਿ ਲਗਾ ਲਓ ਲਮਸਮ ਲਈ ਬਹੁਤ ਵੀ 71 ਸਾਲਾਂ 'ਚ 100 ਵਾਰ, 1.5 ਕੁ ਗੁਣਾ ਵੀ ਸਾਲ 'ਚ ਇੱਕ ਅੱਧੀ ਅਮੈਂਡਮੈਂਟ ਤਾਂ ਪੱਕੀ ਠਾ ਇੱਟ ਵਰਗੀ ਪਈ ਹੋਈ ਹੈ। ਸੋ ਇਹਨੂੰ ਅਮੈਂਡ ਕਰਨ ਲਈ ਇਹ ਬੇਸਿਕ ਅਤੇ ਫਲੈਕਸੀਬਲ ਦੋਨਾਂ 'ਚ ਕਾਊਂਟ ਹੁੰਦਾ, ਠੀਕ ਹੈ, ਨਾ ਕਿ ਉਹਦੇ ਵਾਂਗ। ਉਹਨਾਂ ਦਾ ਸੰਵਿਧਾਨ ਪੂਰਾ ਰਿਜਿਡ ਹੈ, ਸਾਡਾ ਦੋਨਾਂ ਵਰਗਾ। ਚੌਥਾ ਫੈਡਰਲ ਵਿਦ, ਬਾਈ ਇਹ ਪੁਆਇੰਟ ਦੇ ਉੱਤੇ ਬਹੁਤ ਜ਼ਿਆਦਾ ਸਾਰੇ ਸਟੂਡੈਂਟ, 2 ਪੁਆਇੰਟ ਇਹ ਅਤੇ ਅੱਗੇ ਪਾਰਲੀਮੈਂਟਰੀ ਫੋਮ, ਇਸ ਤੋਂ ਸਿੰਪਲ ਲੈਂਗੁਏਜ 'ਚ ਮੈਂ ਐਕਸਪਲੇਨ ਨਹੀਂ ਕਰ ਸਕਦਾ। ਫੈਡਰਲ ਵਿਦ ਯੂਨਿਟਰੀ ਬਾਇਸ, ਯੂਨਿਟਰੀ ਹੁੰਦੀ ਹੈ ਸੈਂਟਰਲ ਗਵਰਨਮੈਂਟ, ਜਿੱਥੇ ਇੱਕੋ ਹੀ ਗਵਰਨਮੈਂਟ। ਫੈਡਰਲ, ਸਾਡਾ ਨਾ ਤਾਂ ਫੈਡਰਲ ਹੈ ਬਾਈ, ਨਾ ਯੂਨਿਟਰੀ ਹੈ। ਅਸੀਂ ਧੱਕੇ ਜੇ ਨਾਲ ਯੂਨਿਟਰੀ ਨੂੰ, ਜਾਂ ਅਸੀਂ ਧੱਕੇ ਨਾਲ ਫੈਡਰਲ ਬਣਾਇਆ ਹੋਇਆ ਯੂਨਿਟਰੀ ਸਿਸਟਮ ਨੂੰ। ਕੀ ਕਿਹਾ ਮੈਂ ਨਾਲ ਹੀ ਲਿਖਤਾ, ਅੱਜ ਤੋਂ ਬਾਅਦ ਤੁਸੀਂ, ਤੁਹਾਡੇ ਸਭ ਤੋਂ ਐਕਸਪੈਕਟੇਸ਼ਨ ਹੈ, ਤੁਸੀਂ ਕਿਸੇ ਨੇ ਨਹੀਂ ਕਹਿਣਾ ਕਿ ਭਾਰਤ ਦਾ ਸਿਸਟਮ ਫੈਡਰਲ ਆ ਜਾਂ ਯੂਨਿਟਰੀ ਆ। ਟਰੂ ਫੈਡਰੇਸ਼ਨ ਨਹੀਂ ਹੈ ਜਿੱਥੇ ਸਟੇਟ ਆਪਣੇ ਫੈਸਲੇ ਲਊਗੀ ਅਤੇ ਸੈਂਟਰ ਆਪਣੇ ਫੈਸਲੇ ਲਊਗੀ। ਸਾਡੇ ਤਾਂ ਸਾਰੇ ਫੈਸਲੇ ਸੈਂਟਰ ਲੈਂਦੀ ਹੈ। ਪਿਛਲੇ ਸਾਲ ਲੋਕਡਾਊਨ ਲੱਗਿਆ ਸੀ, ਉਹ ਸੈਂਟਰ ਨੇ ਲਾਇਆ, ਸਟੇਟ ਨੇ ਤਾਂ ਫੋਲੋ ਕੀਤਾ, ਅਤੇ ਮੈਜੋਰਟੀ ਸਟੇਟ ਸਾਰੀਆਂ BJP ਗਵਰਨਮੈਂਟ ਦੀਆਂ ਨੇ। ਸੋ ਇੰਡੀਅਨ ਸਿਸਟਮ ਇਜ਼ ਕੁਆਸੀ ਫੈਡਰਲ, ਸੈਡ ਬਾਏ KC ਵੇਰੇ। ਉਹ ਕਹਿੰਦਾ ਨਾ ਤਾਂ ਤੁਸੀਂ ਫੈਡਰਲ ਨੂੰ ਚੰਗੀ ਤਰ੍ਹਾਂ ਇੰਜੋਏ ਕਰ ਰਹੇ ਹੋ, ਨਾ ਤਾਂ ਤੁਸੀਂ ਯੂਨਿਟਰੀ ਨੂੰ ਚੰਗੀ ਤਰ੍ਹਾਂ ਇੰਜੋਏ ਕਰ ਰਹੇ ਹੋ, ਤੁਸੀਂ ਕੁਆਸੀ ਫੈਡਰਲ 'ਚ ਰਹਿ ਰਹੇ ਹੋ ਧੱਕੇ ਜਿਹੇ ਨਾਲ। ਮੇਰੀ ਇੱਕ ਸਿੰਪਲ ਜਿਹੀ ਐਗਜ਼ਾਮਪਲ ਹੁੰਦੀ ਹੈ ਇਹਦੇ 'ਤੇ ਅਕਸਰ ਕਲਾਸ 'ਚ, ਸਿਟੀਜ਼ਨਸ਼ਿਪ ਰਾਈਟ ਕਿਹਨੇ ਦਿੱਤਾ? ਸੈਂਟਰ ਨੇ। ਅੱਜ ਵਾਰ ਲੱਗ ਜਾਂਦੀ ਹੈ, ਬਾਰਡਰਸ 'ਤੇ ਰੱਖਿਆ ਕੌਣ ਕਰੂਗੀ? ਆਰਮੀ, ਉਹ ਸੈਂਟਰ ਦੇ ਅੰਡਰ, ਠੀਕ ਹੈ ਜੀ। ਲੋਕਡਾਊਨ ਦੇ ਵਿੱਚ ਰੇਲਵੇ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ, ਡਾਕ ਨੇ ਜ਼ਿਆਦਾ ਡਾਕ ਪਾਰਸਲਸ ਗਏ, ਉਹ ਸੈਂਟਰ ਦੇ, ਠੀਕ ਹੈ ਜੀ। ਸਾਨੂੰ ਸਿਟੀਜ਼ਨਸ਼ਿਪ ਵੋਟ ਪਾਉਣ ਦਾ ਅਧਿਕਾਰ ਉਹਨੇ ਦਿੱਤਾ, ਸੈਂਟਰ ਨੇ। ਅਤੇ ਹਾਊ ਵੀ ਕੈਨ ਸੇ ਸਟੇਟ ਤਾਂ ਹੈ ਹੀ ਨਹੀਂ। ਅੱਜ ਪੰਜਾਬ ਇੰਟਰਨੈਸ਼ਨਲ ਬਾਊਂਡਰੀ ਸ਼ੇਅਰ ਕਰਦਾ, ਪਾਕਿਸਤਾਨ ਸਾਡੇ 'ਤੇ ਨਾ ਚਾਹ ਕੇ ਅਟੈਕ ਕਰ ਦੇਵੇ, ਪੰਜਾਬ ਪੁਲਿਸ ਐਂਡ ਪੰਜਾਬ ਐਡਮਿਨਿਸਟ੍ਰੇਸ਼ਨ ਐਂਡ ਪੰਜਾਬ ਸੈਕਟਰੀਏਟ ਆਪਣੇ ਆਪ ਨੂੰ ਸਰੈਂਡਰ ਕਰ ਦੇਗੀ ਅਤੇ ਸੈਂਟਰ ਆਰਮੀ ਨੂੰ ਡਿਪਲੋਏ ਕਰ ਦੇਗਾ। ਤਾਂ ਫਿਰ ਹਾਊ ਵੀ ਕੈਨ ਸੇ ਕਿ ਵੀ ਲਿਵ ਇਨ ਫੈਡਰਲ। ਫੈਡਰਲ ਦਾ ਮਤਲਬ ਕਨੇਡਾ ਅਤੇ US, ਜਿਵੇਂ ਟਰੂ ਫੈਡਰੇਸ਼ਨ ਨੇ, ਵੀ ਜਿੱਥੇ ਸਟੇਟ ਕੋਲ ਪੂਰੀ ਰਾਈਟ ਹੈ ਵੀ ਮੈਂ ਤੁਹਾਡੇ 'ਚ ਦਖਲ ਅੰਦਾਜ਼ੀ ਨਹੀਂ ਕਰੂੰਗਾ ਅਤੇ ਤੁਸੀਂ ਸਾਡੇ ਨਾਲ ਦਖਲ ਅੰਦਾਜ਼ੀ ਨਹੀਂ ਕਰੋਗੇ। ਸੋ ਇਸ ਚੀਜ਼ ਦਾ ਧਿਆਨ ਰੱਖੋ। ਅੱਜ ਤੋਂ ਬਾਅਦ ਜੇ ਤੁਹਾਨੂੰ ਕੋਈ ਪੁੱਛਦਾ ਹੈ ਤਾਂ ਤੁਸੀਂ ਸਾਰਿਆਂ ਨੇ ਕੁਆਸੀ ਫੈਡਰਲ ਕਹਿਣਾ। ਇਹ 9th ਕਲਾਸ ਦਾ ਕੰਸੈਪਟ ਹੈ, ਠੀਕ ਹੈ ਜੀ, ਠੀਕ ਹੈ। ਸੋ ਕੁਆਸੀ ਫੈਡਰਲ ਸਿਸਟਮ, ਨਾਟ ਪ੍ਰੋਪਰ ਟਰੂ ਫੈਡਰਲ, ਇਟ ਜਸਟ ਫੈਡਰਲ ਸਿਸਟਮ ਦੈਟ ਫੋਲੋ ਲਾਈਕ ਯੂਨਿਟਰੀ ਸਿਸਟਮ। ਸ਼ਾਇਦ ਇਹ ਮੈਂ ਉਲਟਾ ਲਿਖ ਗਿਆ, ਇਸ ਲਈ ਮਾਫੀ ਚਾਹੁੰਦਾ ਕਿ ਹੈਗਾ ਤਾਂ ਸਾਡਾ ਵੀ ਯੂਨਿਟਰੀ ਹੋਈ ਹੈ, ਬਸ ਅਸੀਂ ਇਹਨੂੰ BR ਅੰਬੇਦਕਰ ਕਹਿੰਦਾ ਧੱਕੇ ਜਿਹੇ ਨਾਲ ਫੈਡਰਲ ਬਣਾ ਰੱਖਿਆ। ਅੱਜ ਬਈ ਲੜਾਈ ਲੱਗ ਜੇ, ਸਾਰੀਆਂ ਸਟੇਟਸ ਹੋਲਡ ਡਨ ਹੋ ਜਾਣਗੀਆਂ ਅਤੇ ਸਿਰਫ 2 ਚੀਜ਼ਾਂ ਰਹਿ ਜਾਣਗੀਆਂ, ਇੱਕ ਸੈਂਟਰ ਗਵਰਨਮੈਂਟ ਅਤੇ ਦੂਜੀ ਫੰਡਾਮੈਂਟਲ ਰਾਈਟ ਨੂੰ, ਜਾਂ ਤੁਹਾਡੇ ਆਰਟੀਕਲਸ ਨੂੰ, ਜਾਂ ਤੁਹਾਡੇ ਫੰਡਾਮੈਂਟਲ ਰਾਈਟ ਦਾ ਜਿਹੜਾ ਉਹ ਹੁੰਦਾ ਸੇਵ ਕਰਨ ਵਾਲਾ ਸੁਪਰੀਮ ਕੋਰਟ। ਸਿਰਫ ਉਹ ਰਹਿ ਜਾਣਗੇ, 2 ਚੀਜ਼ਾਂ ਹੋਲਡ ਔਨ ਕਰ ਲੈਣ, ਫਿਰ ਅਸੀਂ ਕਿਵੇਂ ਕਹਿ ਸਕਦੇ। ਮੈਂ ਕਹਿੰਦਾ 90 ਤੋਂ 95% ਸਟੂਡੈਂਟਸ ਨੂੰ ਇਹ ਇਕੱਲੀ ਚੀਜ਼ ਕਲੀਅਰ ਨਹੀਂ ਹੈ। ਇਹ 2 ਪੁਆਇੰਟ ਜ਼ਰੂਰ ਧਿਆਨ ਨਾਲ ਸੁਣ ਲਿਓ। ਉਸ ਤੋਂ ਬਾਅਦ ਜੇ ਕਿਸੇ ਨੂੰ ਆਨਸਰ ਕਰੋਗੇ ਨਾ ਤਾਂ ਵਾਕਈ ਹੀ ਉਹ ਕਾਊਂਟ ਕਰੇ ਜਾਓਗੇ ਵੀ ਹਾਂ ਇਹਨਾਂ ਨੂੰ ਬੇਸਿਕ ਕੰਸੈਪਟ ਕਲੀਅਰ ਹੈ, ਠੀਕ ਹੈ। ਨਹੀਂ ਸਮਝ ਆਇਆ ਤਾਂ ਦੁਬਾਰਾ ਦੱਸਿਓ, ਮੈਂ ਫਿਰ ਕਮੈਂਟ ਸੈਕਸ਼ਨ 'ਚ ਸਾਨੂੰ ਜ਼ਰੂਰ ਦੱਸਿਓ। ਅੱਗੇ ਆ ਗਿਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਇਹਦਾ ਨਾਮ ਨਿਕਨੇਮ ਹੈ ਪ੍ਰਾਈਮ ਮਿਨਿਸਟਰੀਅਲ ਫਾਰਮ ਆਫ ਗਵਰਨਮੈਂਟ, ਵੈਸਟਮਿੰਸਟਰ ਮਾਡਲ ਆਫ ਗਵਰਨਮੈਂਟ। ਵੈਸਟਮਿੰਸਟਰ ਜਗ੍ਹਾ ਦਾ ਨਾਮ ਹੈ UK ਦੇ ਵਿੱਚ, ਤਾਂ ਇਹ ਸਿੰਪਲੀ ਲਿਖਤਾ। ਇਸ ਤੋਂ ਅੱਗੇ ਮੈਂ ਕੰਟੀਨਿਊ ਪਾਇਆ। ਪਹਿਲਾਂ ਤਾਂ ਨਾ ਇੱਕ ਆਹ ਕੰਸੈਪਟ ਅੱਜ ਕਲੀਅਰ ਕਰੋ। ਮੈਂ ਬਹੁਤ ਜਣਿਆਂ ਨੂੰ ਦੱਸਿਆ ਪਰ ਕੋਈ ਫਾਇਦਾ ਨਹੀਂ ਹੋਇਆ। ਕਈਆਂ ਨੂੰ ਫੋਟੋ WhatsApp 'ਤੇ ਵੀ ਖਿੱਚ ਕੇ ਭੇਜ ਦਿੰਦਾ ਸੀ। ਡੈਮੋਕ੍ਰੇਸੀ 2 ਤਰ੍ਹਾਂ ਦੀ ਹੁੰਦੀ ਹੈ, ਡਾਇਰੈਕਟ ਅਤੇ ਇਨਡਾਇਰੈਕਟ। ਡਾਇਰੈਕਟ ਦੀ ਐਗਜ਼ਾਮਪਲ ਇਹ ਮੈਂ ਵੈਸੇ ਇੱਕ ਪੇਜ ਐਡ ਔਨ ਕਰਵਾਇਆ ਕਹਿ ਕੇ ਆਪਣੀ ਟੀਮ ਨੂੰ ਕਿ ਡੈਮੋਕ੍ਰੇਸੀ ਦਾ ਮਤਲਬ ਲੋਕਤੰਤਰਵਾਦ ਵੀ 2 ਤਰ੍ਹਾਂ ਦਾ ਸਟੂਡੈਂਟਸ। ਇੱਕ ਤਾਂ ਡੈਮੋਕ੍ਰੇਸੀ ਡਾਇਰੈਕਟ ਹੈ ਜਿਹੜੀ ਕਿ ਸਵਿਟਜ਼ਰਲੈਂਡ 'ਚ ਹੈ, ਉਹਨਾਂ ਦੇ ਅੱਗੇ ਫਰਦਰ 4 ਜਾਂ 3 ਸਟੈਪਸ ਹੁੰਦੇ ਨੇ, ਉਸੇ ਤਰ੍ਹਾਂ ਉਹ ਆਪਣੀ ਸਰਕਾਰਾਂ ਚਲਾ ਲੈਂਦੇ ਨੇ। ਅੱਗੇ ਇਨਡਾਇਰੈਕਟ ਅਸਿੱਧੇ ਤੌਰ 'ਤੇ ਲੋਕਤੰਤਰ, ਉਹਦੇ ਵਿੱਚ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਪ੍ਰੈਸੀਡੈਂਸ਼ੀਅਲ ਜਿਹੜੀ ਕਿ USA ਫੋਲੋ ਕਰਦਾ, ਇੱਕ ਪਾਰਲੀਮੈਂਟਰੀ ਜਿਹੜੀ ਕਿ ਇੰਡੀਆ ਫੋਲੋ ਕਰਦਾ। ਸੋ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਜਿਹਦੇ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਆਪਸ ਦੇ ਵਿੱਚ ਰਲ ਕੇ ਕੰਮ ਕਰਦੇ ਨੇ, ਉਹਨੂੰ ਕਿਹਾ ਜਾਂਦਾ ਹੈ
ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਨਾ ਕਿ ਕਿਸੇ ਸਟੂਡੈਂਟਸ ਨੂੰ ਪੁੱਛ ਲਓ ਹਾਸੇ 'ਚ ਇਹੀ ਕਹਿ ਦਿੰਦੇ ਹੁੰਦੇ ਸਰ ਜਿਨ੍ਹਾਂ ਕੋਲ ਪਾਰਲੀਮੈਂਟ ਹੁੰਦੀ ਹੈ। ਚਲੋ ਮੈਨੂੰ ਕਮੈਂਟ 'ਚ ਦੱਸਿਓ ਵੀ ਪਾਰਲੀਮੈਂਟ ਸ਼ਬਦ ਦਾ ਮੀਨਿੰਗ ਕੀ ਹੁੰਦਾ। ਇਹ ਵੀ ਮੈਂ ਕਲਾਸ 'ਚ ਅਕਸਰ ਦੱਸਿਆ ਹੈ ਕਿ ਪਾਰਲੀਮੈਂਟ ਸ਼ਬਦ ਦਾ ਮੀਨਿੰਗ ਕੀ ਹੁੰਦਾ। ਸੋ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਉਹ ਸਰਕਾਰਾਂ ਜਿਹਦੇ ਵਿੱਚ ਲੈਗਿਸਲੇਟਿਵ ਗਵਰਨਮੈਂਟ ਦੇ ਔਰਗਨ, ਸਾਡੇ ਕਿਹੜੇ ਕਿਹੜੇ ਔਰਗਨ ਹੈ? ਲੈਗਿਸਲੇਟਿਵ, ਐਗਜ਼ੈਕਟਿਵ ਅਤੇ ਜੁਡੀਸ਼ਰੀ। ਲੈਗਿਸਲੇਟਿਵ ਨੂੰ ਅਸੀਂ ਕਾਰਜਪਾਲਿਕਾ ਕਹਿੰਦੇ ਹਾਂ, ਸੌਰੀ ਵਿਧਾਨ ਪਾਲਿਕਾ ਕਹਿੰਦੇ ਹਾਂ, ਐਗਜ਼ੈਕਟਿਵ ਨੂੰ ਕਾਰਜਪਾਲਿਕਾ, ਜੁਡੀਸ਼ਰੀ ਇੰਡੀਪੈਂਡੈਂਟ ਹੈ। ਇਹ ਦੋਨੋਂ ਪਹਿਲੇ ਔਰਗਨਸ ਲੈਗਿਸਲੇਟਿਵ ਅਤੇ ਐਗਜ਼ੈਕਟਿਵ ਜਿਹਦੇ ਵਿੱਚ ਆਪਸ 'ਚ ਕੋਆਪਰੇਸ਼ਨ, ਕੋਆਰਡੀਨੇਸ਼ਨ ਅਤੇ ਰਲ ਕੇ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਕਹਿੰਦੇ ਹਾਂ। ਸੋ ਧਿਆਨ ਨਾਲ ਇਹ ਚੀਜ਼ ਦਾ ਰੱਖੋ ਕਿ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਨਡਾਇਰੈਕਟ ਡੈਮੋਕ੍ਰੇਸੀ ਦਾ ਪਾਰਟ ਹੈ ਅਤੇ ਡਾਇਰੈਕਟ ਡੈਮੋਕ੍ਰੇਸੀ USA ਦੇ ਵਿੱਚ ਹੈ। ਉਹਦੇ ਵਿੱਚ ਮੈਂ ਸਾਫ਼-ਸਾਫ਼ ਸ਼ਬਦਾਂ 'ਚ ਲਿਖਿਆ ਫਾਰਮ ਆਫ ਗਵਰਨਮੈਂਟ ਬੇਸਡ ਔਨ ਡਾਕਟਰਾਈਨ ਆਫ ਸੈਪਰੇਸ਼ਨ ਆਫ ਪਾਵਰ। ਮਤਲਬ ਉਹਨਾਂ ਦੇ ਔਰਗਨਸ ਆਪਸ 'ਚ ਰਲ ਕੇ ਕੰਮ ਨਹੀਂ ਕਰਦੇ। ਪ੍ਰੈਸੀਡੈਂਟ ਆਪਣਾ ਕਰ ਰਿਹਾ ਅਤੇ ਜਿਹੜੇ ਸੈਕਰਟਰੀਜ਼ ਨੇ ਜਾਂ ਕੁਛ ਵੀ ਉਹਨਾਂ ਦੇ ਅੱਗੇ ਜਿਹੜੀਆਂ ਵੀ ਮਸ਼ੀਨਰੀਜ਼ ਹੁੰਦੀਆਂ ਨੇ ਉਹ ਰਲ ਕੇ ਕੰਮ ਨਹੀਂ ਕਰਦੇ। ਮਤਲਬ ਉਹਨਾਂ ਦੇ ਔਰਗਨਸ, ਉਹਨਾਂ ਦੀ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਜੇ ਹੈ ਜਾਂ ਨਹੀਂ ਹੈ ਉਹ ਆਪਸ 'ਚ ਰਲ ਕੇ ਕੰਮ ਨਹੀਂ ਕਰਦੇ ਅਤੇ ਸਾਡੇ ਵਾਲੇ ਰਲ ਕੇ ਕੰਮ ਕਰਦੇ ਨੇ। ਸੋ ਇਟ ਇਜ਼ ਦ ਕਲੀਅਰੈਂਸ ਮੀਨ ਆਫ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਅੱਗੇ ਵੱਧਦੇ ਹਾਂ, ਕੰਟੀਨਿਊ। ਆਹ ਪੁਆਇੰਟ ਜ਼ਰੂਰ ਪੜ੍ਹ ਲਿਓ ਬਈ ਸਾਰੇ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਮੀਨਸ ਸਿਸਟਮ ਬੇਸਡ ਔਨ ਦ ਪ੍ਰਿੰਸੀਪਲਸ ਆਫ, ਮੈਂ ਫਿਰ ਉਹੀ ਗੱਲ ਹੁਣ ਇੰਗਲਿਸ਼ 'ਚ ਬੋਲਤੀ, ਕਿ ਜਿਹਦੇ ਵਿੱਚ ਲੈਗਿਸਲੇਟਿਵ ਅਤੇ ਐਗਜ਼ੈਕਟਿਵ ਔਰਗਨਸ ਨੇ ਜਿਹੜੇ ਸਰਕਾਰਾਂ ਦੇ, ਉਹ ਆਪਸ ਦੇ ਵਿੱਚ ਰਲ ਕੇ ਕੰਮ ਕਰਦੇ ਨੇ। ਨਾਟ ਲਾਈਕ ਪ੍ਰੈਸੀਡੈਂਸ਼ੀਅਲ ਸਿਸਟਮ ਕਿ ਉਹ ਸੈਪਰੇਸ਼ਨ ਹੈ, ਪਾਵਰਸ ਵੰਡੀਆਂ ਹੋਈਆਂ ਨੇ ਬਿਟਵੀਨ ਦੀ ਔਰਗਨਸ ਆਫ ਦੀ ਗਵਰਨਮੈਂਟ। ਤਾਂ ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖਣਾ। ਇਹ ਪੁਆਇੰਟ ਪਲੀਜ਼ ਚੌਥਾ ਅਤੇ ਪੰਜਵਾਂ ਪੁਆਇੰਟ ਨੂੰ ਬਹੁਤ ਕੈਰੀ ਫੋਰਵਰਡ ਚੰਗੀ ਤਰ੍ਹਾਂ ਪੜ੍ਹਿਓ। ਅੱਗੇ ਫਿਰ ਫੰਡਾਮੈਂਟਲ ਰਾਈਟਸ, 6ਵਾਂ ਪੁਆਇੰਟ ਮੁੱਢਲੇ ਹੱਕ। ਇਹ ਤੁਹਾਨੂੰ ਪ੍ਰੋਪਰ ਵੀਡੀਓ 'ਚ ਹੀ ਪੜ੍ਹਾਏ ਜਾਣਗੇ, ਪ੍ਰੋਪਰ PDF ਮਿਲੂਗੀ। ਇਹਦੇ ਵਿੱਚ ਇਹ ਥਰਡ ਪਾਰਟ 'ਚ ਆਉਂਦਾ ਜੀ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਸਭ ਤੋਂ ਪਹਿਲੀ ਵਾਰ ਫੰਡਾਮੈਂਟਲ ਰਾਈਟਸ ਦੇ ਉੱਤੇ 1931 'ਚ ਕਰਾਚੀ ਸੈਸ਼ਨ ਦੇ ਵਿੱਚ ਵੱਲਭ ਭਾਈ ਪਟੇਲ ਨੇ ਗੱਲ ਕਰੀ ਸੀ। ਇਹ 7 ਹੁੰਦੇ ਸਨ ਪਹਿਲਾਂ, ਹੁਣ ਸਿਰਫ 6 ਰਹਿ ਗਏ ਨੇ, ਠੀਕ ਹੈ ਨਾ। ਇਹ ਅੱਗੇ ਦੱਸੇ ਜਾਣਗੇ। ਆਰਟੀਕਲ ਮੈਂ ਤੁਹਾਨੂੰ ਦੱਸਦੇ ਵੀ ਕਿਹੜੇ ਕਿਹੜੇ। ਪਾਰਟ 3 ਆਰਟੀਕਲ 12 ਤੋਂ 35 ਲਏ ਕਿੱਥੋਂ ਹੈ ਅਸੀਂ? USA ਤੋਂ। ਇਹ ਲਾਸਟ ਵਾਲੀ ਵੀਡੀਓ 'ਚ ਦੱਸ ਦਿੱਤਾ ਗਿਆ। ਅੱਗੇ ਫੰਡਾਮੈਂਟਲ ਡਿਊਟੀਜ਼, ਮੁੱਢਲੇ ਕਰਤੱਵ। ਜੇ ਅਸੀਂ ਹੱਕ ਲੈਣਾ ਚਾਹੁੰਦੇ ਹਾਂ ਤਾਂ ਕੁਛ ਡਿਊਟੀਜ਼ ਵੀ ਪ੍ਰੂਵ ਕਰੀਏ ਨਾ, ਹੁੰਦਾ ਹੈ ਨਾ। ਗਿਵਨ ਇਹ ਹੁਣ ਜਿਹੜਾ ਚੈਨਲ ਹੈ ਇਹ ਵੀ ਗਿਵ ਐਂਡ ਟੇਕ ਦਾ ਹੀ ਪ੍ਰੋਸੈਸ ਹੈ। ਸੋ ਅਸੀਂ ਜੇ ਰਾਈਟ ਰੱਖਦੇ ਹਾਂ ਨਾ ਤਾਂ ਸਾਨੂੰ ਡਿਊਟੀ ਪਰਫੋਰਮ ਕਰਨ ਦਾ ਵੀ ਪੂਰਾ ਉਨਾ ਹੀ ਰਾਈਟ ਹੋਣਾ ਚਾਹੀਦਾ। ਟੋਟਲ 11 ਡਿਊਟੀਜ਼ ਨੇ, ਉਹਨਾਂ 'ਚ ਇਹ ਵੀ ਆਉਂਦਾ ਵੀ ਤੁਸੀਂ ਦੇਸ਼ ਦੀ ਗਰਿਮਾ ਬਣਾ ਕੇ ਰੱਖਣੀ ਹੈ। ਅਤੇ ਦੂਜੀ ਗੱਲ ਇਹ ਅੱਜ ਤੋਂ ਠੀਕ ਕਰ ਲਿਓ, ਫੰਡਾਮੈਂਟਲ ਡਿਊਟੀਜ਼ ਸੀ ਉਹ 1950 ਤੋਂ ਸੰਵਿਧਾਨ 'ਚ ਨਹੀਂ ਪਾਈਆਂ ਗਈਆਂ ਸਨ। ਫੰਡਾਮੈਂਟਲ ਡਿਊਟੀਜ਼ 1976 ਦੇ ਵਿੱਚ ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਦੇ ਨਾਲ 42ਵੀਂ ਅਮੈਂਡਮੈਂਟ ਜਾਂ 42ਵੀਂ ਸੋਧ, ਜਿਹਨੂੰ ਕਿ ਛੋਟਾ ਸੰਵਿਧਾਨ, ਮਿੰਨੀ ਕੌਨਸਟੀਟਿਊਸ਼ਨ, ਇੰਦਰਾਜ਼ ਕੌਨਸਟੀਟਿਊਸ਼ਨ ਕਿਹਾ ਜਾਂਦਾ, ਉਹਦੇ ਦੌਰਾਨ ਇਹ ਐਡ ਔਨ ਕੀਤੀਆਂ ਗਈਆਂ। ਇਹਦੇ ਲਈ ਸਪੈਸ਼ਲ ਪਾਰਟ 4A ਅਤੇ ਆਰਟੀਕਲ 51A ਬਣਾਇਆ ਗਿਆ। ਪਹਿਲਾਂ ਇਹ 10 ਸਨ, ਫਿਰ 86th ਅਮੈਂਡਮੈਂਟ 2002 ਦੇ ਵਿੱਚ ਹੋਈ ਜਾਂ 3 ਦੇ ਵਿੱਚ ਹੋਈ। ਉਹਦੇ ਦੌਰਾਨ ਇਹਦੇ 'ਚ 11ਵੀਂ ਡਿਊਟੀ ਵੀ ਪਾਈ ਗਈ ਅਤੇ ਉਹ ਜਦੋਂ ਆਪਾਂ ਲੈਕਚਰ ਬਣਾਵਾਂਗੇ ਤਾਂ ਤੁਹਾਨੂੰ ਉਦੋਂ ਬੜੀ ਖੁਸ਼ੀ ਨਾਲ ਕਰਾਇਆ ਜਾਊਗਾ। ਅੱਗੇ DPSP, ਇਹਦੇ ਬਾਰੇ ਮੈਂ ਹੁਣੇ ਪੋਸਟ ਹੋਈ ਵੀਡੀਓ 'ਚ ਵੀ ਦੱਸ ਚੁੱਕਿਆ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਸਭ ਤੋਂ ਵੱਡਾ ਫਿਲੋਸਫੀਕਲ ਟੈਕਸਟ, ਨੋਵਲ ਫੀਚਰ। ਇਹ ਕਿਸੇ ਕਿਤਾਬ 'ਚ ਲਿਖਿਆ ਨਹੀਂ ਲੱਭਦਾ, ਨੋਵਲ ਫੀਚਰ ਆਫ ਕੌਨਸਟੀਟਿਊਸ਼ਨ। 3 ਬਰੋਡ ਕੈਟਾਗਰੀਜ਼ 'ਚ ਹੈ, ਗਾਂਧੀਅਨ, ਲਿਬਰਲ ਅਤੇ ਦੂਸਰੀ ਗੱਲ ਇਹ ਆ ਜਾਂਦੀ ਹੈ ਤੁਹਾਡੀ ਸੋਸ਼ਲਿਸਟ। ਸਮਾਜਿਕਤਾ ਦੇ ਆਧਾਰ 'ਤੇ ਗਾਂਧੀ ਦੇ ਕੁਝ ਦਿੱਤੇ ਹੋਏ ਤੱਥ ਅਤੇ ਆਜ਼ਾਦੀ ਦੇ ਆਧਾਰ 'ਤੇ ਕੁਝ ਦਿੱਤੇ ਹੋਏ ਤੱਥ, ਉਹਨੂੰ ਅਸੀਂ DPSP ਕਹਿੰਦੇ ਹਾਂ। ਇਸ ਚੀਜ਼ ਦਾ ਧਿਆਨ ਰੱਖਿਓ। DPSP ਬਹੁਤ ਵਧੀਆ ਅਤੇ ਵੱਡਾ ਫਿਲੋਸਫੀਕਲ ਟੈਕਸਟ ਹੈ। ਚੌਥਾ ਪਾਰਟ, ਇਹਨੂੰ ਸਿਸਟਰ ਆਫ ਪਾਰਟ 3। ਇਹਦੇ ਹੁੰਦੇ ਹੋਏ ਸਾਨੂੰ 1950 ਤੋਂ 1976 ਤੱਕ ਕਦੇ ਵੀ ਫੰਡਾਮੈਂਟਲ ਡਿਊਟੀਜ਼ ਦੀ ਕਸਰ ਨਹੀਂ ਮਹਿਸੂਸ ਹੋਈ। ਦੈਟਸ ਇਟ। ਉਹ ਜਦੋਂ ਹੋਈ ਅਤੇ ਫਿਰ ਉਹਨਾਂ ਨੇ 1976 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨੂੰ ਐਡ ਔਨ ਕਰ ਦਿੱਤੀਆਂ ਗਈਆਂ। ਇਹਦੇ ਵਿੱਚ ਸਿਰਫ ਅਤੇ ਸਿਰਫ ਆਪਣੇ ਬਾਰੇ ਹੀ ਸੰਵਿਧਾਨ ਬਿਆਨ ਕਰਦਾ, ਹੋਰ ਕੁਛ ਵੀ ਬਿਆਨ ਨਹੀਂ ਕਰਦਾ। ਸੋ DPSPs ਬਹੁਤ ਵਧੀਆ ਪਾਰਟ ਹੈ ਸਾਡੇ ਸੰਵਿਧਾਨ ਦਾ। ਅੱਗੇ ਆ ਗਿਆ ਜੀ ਸੈਕੂਲਰ ਸਟੇਟ।
ਸੈਕੂਲਰ ਸਭ ਨੂੰ ਪਤਾ ਹੀ ਹੈ ਬਾਈ, ਇਹ 'ਚ ਦੱਸਣ ਵਾਲੀ ਕੋਈ ਗੱਲ ਨਹੀਂ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਅਕਸਰ ਸਟੂਡੈਂਟਸ ਨੂੰ ਪੁੱਛ ਲਓ ਨੈਸ਼ਨਲ ਲੈਂਗੁਏਜ ਕਿਹੜੀ ਹੈ, ਹਿੰਦੀ। ਨੈਸ਼ਨਲ ਸਟੇਟ ਕਿਹੜਾ, ਉਹ ਨੈਸ਼ਨਲ ਗੇਮ ਕਿਹੜੀ ਹੈ, ਹਾਂਜੀ ਹਾਕੀ ਹੈ ਜੀ। ਕੋਈ ਨਹੀਂ ਹੈ ਬਾਈ, ਨਾ ਭਾਸ਼ਾ ਹੈ। ਨੈਸ਼ਨਲ ਜਾਨਵਰ ਕਿਹੜਾ ਹੈਗਾ, ਨੈਸ਼ਨਲ ਵਾਟਰ ਐਨੀਮਲ ਹੈ। ਨੈਸ਼ਨਲ ਉਹ ਹੈ ਤੁਹਾਡਾ ਹੈਰੀਟੇਜ ਵਿਰਾਸਤੀ ਐਨੀਮਲ ਹਾਥੀ ਹੈ। ਨੈਸ਼ਨਲ ਫਰੂਟ ਹੈ ਮੈਂਗੋ, ਮੈਂਗੋਫੇਰਾ ਇੰਡੀਕਾ। ਇਹਨਾਂ ਦੇ ਸਾਇੰਟੀਫਿਕ ਨੇਮ ਆਉਂਦੇ ਹੁੰਦੇ ਆ ਬਈ, ਠੀਕ ਹੈ। 2018 PCS 22 ਜੁਲਾਈ, ਠੀਕ ਹੈ ਜੀ। ਉਸ ਦੇ ਵਿੱਚ ਪੰਜਾਬ 'ਚ ਕੋਈ ਕੁਐਸ਼ਨ ਆਇਆ ਸੀ ਕਿ ਪੰਜਾਬ ਦਾ ਰਾਸ਼ਟਰੀ ਰਾਜ ਪਕਸ਼ੀ ਬਾਜ ਹੈ, ਜਿਹਨੂੰ ਤੁਸੀਂ ਆਮ ਭਾਸ਼ਾ 'ਚ ਉਹ ਬਾਜ ਕਹਿੰਦੇ ਹੋ ਜਾਂ ਉਹ ਜੋ ਵੀ ਇੰਗਲਿਸ਼ ਹੌਕ ਕਹਿੰਦੇ ਆ, HAWK, ਬਟ ਉਹਦਾ ਸਾਇੰਟੀਫਿਕ ਨਾਮ ਅਸੈਪਟਰ ਜੈਂਟਲਿਸਿਸ। ਸੋ ਮੈਂਗੀਫੇਰਾ ਇੰਡੀਕਾ, ਗੱਗਾ ਪਲੈਟਨਿਸਟਾ, ਇਸ ਤਰ੍ਹਾਂ ਸਾਇੰਟੀਫਿਕ ਨੇਮ ਪੜ੍ਹਿਆ ਕਰੋ। ਨੈਸ਼ਨਲ ਇੰਸਟਰੂਮੈਂਟ ਕਿਹੜਾ, ਨੈਸ਼ਨਲ ਡਰਿੰਕ ਕਿਹੜੀ ਹੈ, ਪੰਜਾਬ ਵਾਲੀ ਨਹੀਂ ਸਮਝ ਲੈਣੀ, ਠੀਕ ਹੈ ਨਾ। ਕਿਤੇ ਉਹ ਸ਼ਾਮ ਵਾਲੀ ਪੰਜਾਬ ਦੀ ਸਮਝ ਕੇ ਆਨਸਰ ਕਰ ਦਿਓ ਕੌਮੈਂਟਸ। ਨੈਸ਼ਨਲ ਉਹ ਡਰਿੰਕ, ਨੈਸ਼ਨਲ ਡਿਸ਼, ਠੀਕ ਹੈ ਜੀ। ਇਹ ਤਾਂ ਮੈਨੂੰ ਕਿਸੇ ਉਹਨੇ ਦੱਸਿਆ ਸੀ, ਮੇਰੇ ਬੜੇ ਨੋਨ ਵਨ ਨੇ ਇੱਕ ਵਾਰ ਕੁਐਸ਼ਨ ਮੈਨੂੰ ਪੁੱਛਿਆ ਸੀਗਾ ਕਿਤੇ ਬਾਹਰ ਬੈਠੇ ਕਿ ਸਰ ਦੱਸੋ ਵੀ ਨੈਸ਼ਨਲ ਡਿਸ਼ ਕਿਹੜੀ ਹੁੰਦੀ ਹੈ, ਬਟ ਮੈਨੂੰ ਪਤਾ ਨਹੀਂ ਸੀ, ਫਿਰ ਉਹਨਾਂ ਨੇ ਮੈਨੂੰ ਦੱਸਿਆ ਸੀਗਾ, ਠੀਕ ਹੈ। ਤਾਂ ਅੱਗੇ ਹਾਂ ਇੱਦਾਂ ਦੀਆਂ ਚੀਜ਼ਾਂ ਪੜ੍ਹ ਲਓ। ਨੈਸ਼ਨਲ ਧਰਮ ਤਾਂ ਇੱਕ ਕੋਈ ਵੀ ਨਹੀਂ ਹੈ, ਨੈਸ਼ਨਲ ਰਿਲੀਜਨ ਕਦੇ ਵੀ ਨਹੀਂ ਰੱਖਿਆ ਗਿਆ। ਅਸੀਂ ਸੈਕੂਲਰ ਦੇਸ਼ ਦੇ ਵਾਸੀ ਹਾਂ। ਜਿਹੜਾ ਮਰਜ਼ੀ, ਜੇ ਇੰਡੀਆ 'ਚ ਰਿਲੀਜਨ ਹੁੰਦਾ ਤਾਂ ਫਿਰ ਬਹੁਤ ਜ਼ਿਆਦਾ ਡਰਾਸਟਿਕ ਹੋ ਜਾਂਦਾ, ਟਾਕਸਿਕ ਹੋ ਜਾਂਦਾ, ਮਤਲਬ ਰਿਲੀਜਨ ਕਰਕੇ। ਸੋ ਇਸ ਚੀਜ਼ ਮੈਂ ਇੱਕ ਨੀਚੇ ਬ੍ਰੈਕਟ 'ਚ ਲਿਖਿਆ, ਨਾਟ ਥੀਓਕ੍ਰੈਟਿਕ ਨੇਸ਼ਨ। ਥੀਓਕ੍ਰੈਟਿਕ ਨੇਸ਼ਨ ਉਹ ਹੁੰਦੀਆਂ ਜਿਨ੍ਹਾਂ ਦਾ ਆਪਣਾ ਕੋਈ ਧਰਮ ਹੁੰਦਾ, ਜਿਵੇਂ ਪਾਕਿਸਤਾਨ ਅਤੇ ਬੰਗਲਾਦੇਸ਼ ਇਸਲਾਮਿਕ। ਬੰਗਲਾਦੇਸ਼ ਜਦੋਂ ਮੈਂ ਤਿਆਰੀ ਕਰਨੀ ਸਟਾਰਟ ਕੀਤੀ ਸੀ 2015-16 'ਚ, ਉਦੋਂ ਪਹਿਲੇ ਨੇਸ਼ਨਸ ਬੰਗਲਾਦੇਸ਼ ਨੇ ਉਦੋਂ ਆਪਣਾ ਧਰਮ ਇਸਲਾਮਿਕ 2017 ਜਾਂ 16 ਦੇ ਵਿੱਚ ਉਹ ਕਰ ਲਿਆ ਸੀ, ਇਸਲਾਮ ਨੂੰ ਅਕਲੇਮ ਕਰ ਲਿਆ ਸੀ, ਠੀਕ ਹੈ ਜੀ। ਅੱਗੇ ਯੂਨੀਵਰਸਲ ਅਡਲਟ ਫਰੈਂਚਾਈਜ਼, ਬੜਾ ਸੌਖਾ ਜਿਹਾ ਪੁਆਇੰਟ ਹੈ। ਇਕੁਅਲ ਵੋਟਿੰਗ ਰਾਈਟ, ਠੀਕ ਹੈ। ਦੋਨੋਂ ਜੈਂਡਰਸ ਨੂੰ 1935 ਦੇ ਐਕਟ ਦੇ ਦੌਰਾਨ ਦੇ ਦਿੱਤਾ ਗਿਆ। ਨਹੀਂ ਤਾਂ ਬਹੁਤ ਸਾਰੀਆਂ ਨੇਸ਼ਨਸ ਨੇ ਦੁਨੀਆ 'ਚ ਜਿਨ੍ਹਾਂ ਨੇ ਹਾਲੇ ਵੀ ਸ਼ਾਇਦ ਆਪਣੇ ਦੇਸ਼ ਦੀਆਂ ਮਹਿਲਾਵਾਂ ਨੂੰ, ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ, ਬਟ ਆਪਣੇ ਹੀ ਸਟਾਰਟਿੰਗ ਤੋਂ ਹੀ ਹੈ। ਇੱਕ ਛੋਟਾ ਜਿਹਾ ਪੁਆਇੰਟ ਤੁਹਾਡੇ ਲਈ ਬੋਨਸ, ਦੁਨੀਆ 'ਚ ਸਭ ਤੋਂ ਪਹਿਲੀ ਨੇਸ਼ਨ ਨਿਊਜ਼ੀਲੈਂਡ ਸੀ ਜਿਨ੍ਹਾਂ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਇਹ ਚੀਜ਼ਾਂ ਸੁਣਿਆ ਕਰੋ, ਸੁਣੀਆਂ ਹੋਈਆਂ ਚੀਜ਼ਾਂ ਬਹੁਤ ਦੇਰ ਤੱਕ ਯਾਦ ਰਹਿੰਦੀਆਂ ਅਤੇ ਅਸੀਂ ਈਜ਼ੀਲੀ ਕੰਸੈਪਟ ਕਲੀਅਰ ਕਰ ਲੈਂਦੇ ਹਾਂ। ਅੱਜ ਤੋਂ 2 ਸਾਲ ਪਹਿਲਾਂ, ਤਕਰੀਬਨ 2 ਸਾਲ ਪਹਿਲਾਂ ਮਾਰਚ ਦੇ ਵਿੱਚ ਇੱਕ ਐਗਜ਼ਾਮ ਹੋਇਆ ਸੀ, 22 ਮਾਰਚ 2019। ਉਹ 40 ਕੁਐਸਚਨ ਸਨ GK 'ਚ। ਤਾਂ ਮੇਰੇ ਸਟੂਡੈਂਟਸ ਨੇ ਆ ਕੇ ਸਿਰਫ ਮੈਨੂੰ ਇਹੀ ਗੱਲ ਕਹੀ ਸੀ ਵੀ ਸਰ ਲਿਖੇ ਹੋਏ ਪੜ੍ਹੇ ਹੋਏ ਵੀ ਬਹੁਤ ਆਏ, ਬਟ ਵਰਬਲੀ ਕੁਐਸਚਨ 8-10 ਆ ਗਏ ਸੀ ਉਹਦੇ 'ਚ। ਸੋ ਮੈਂ ਤਾਂ ਹੀ ਇਹ ਇਨੀਸ਼ੀਏਟਿਵ ਸਟਾਰਟ ਕੀਤਾ। ਇਟਸ ਨਾਟ PRS, ਇਹ ਤਾਂ ਇੱਕ ਵੈਸੇ ਨਾਮ ਰੱਖਤਾ। PRS ਦਾ ਮਤਲਬ ਤਾਂ ਅਸੀਂ ਇਹੀ ਰੱਖਿਆ ਹੋਇਆ, ਪੜ੍ਹਦੇ ਰਹੋ ਸਾਰੇ। ਸਾਡਾ ਕਿਸੇ ਦਾ ਨਾਮ ਨਹੀਂ ਹੈ ਇਹਨਾਂ 'ਚੋਂ, ਇਹਦਾ ਮਤਲਬ ਹੈ ਤੁਸੀਂ ਸਾਰੇ ਪੜ੍ਹਦੇ ਰਹੋ ਸਾਰੇ। ਵੈਸੇ ਤਾਂ ਮੈਂ ਇਹ ਐਨ ਇਨੀਸ਼ੀਏਟਿਵ ਰੱਖਣਾ ਸੀ, ਇਹ ਇਸੇ ਲਈ ਇਨੀਸ਼ੀਏਟਿਵ ਲਿਆ ਕਿ ਤੁਸੀਂ ਸਾਰੇ ਸੁਣੋ ਅਤੇ ਉਸ ਚੀਜ਼ ਨੂੰ ਸਮਝੋ। ਇਸ ਤੋਂ ਬਾਹਰ ਕੁਐਸਚਨ ਨਹੀਂ ਆਉਂਦਾ, ਇਹ ਅਸ਼ੋਰੈਂਸ ਰਹੀ। ਸੋ ਯੂਨੀਵਰਸਲ ਅਡਲਟ ਫਰੈਂਚਾਈਜ਼, ਵੋਟ ਪਾਉਣ ਦਾ ਅਧਿਕਾਰ। ਵੋਟ ਪਾਉਣ ਦੀ ਪਹਿਲਾਂ ਉਮਰ 21 ਸਾਲ ਸੀ ਜੀ, ਇਹ ਮੈਂ ਲਿਖੀ ਨਹੀਂ ਬਟ ਮੈਂ ਦੱਸ ਦਿੰਦਾ। ਬਾਅਦ 'ਚੋਂ 18 ਸਾਲ ਕਰ ਦਿੱਤੀ ਗਈ। ਰਾਜੀਵ ਗਾਂਧੀ ਦੇ ਟਾਈਮ ਦੇ ਵਿੱਚ ਉਮਰ ਨੂੰ ਘਟਾ ਕੇ 21 ਸਾਲ ਤੋਂ 18 ਸਾਲ ਤੱਕ ਕਰ ਦਿੱਤਾ ਗਿਆ ਸੀ, ਠੀਕ ਹੈ ਜੀ। ਉਹ ਵੀ ਕਿਸੇ ਅਮੈਂਡਮੈਂਟ ਦੇ ਦੌਰਾਨ। ਉਹ ਦੱਸੋ ਕਿਹੜੀ ਅਮੈਂਡਮੈਂਟ ਦੇ ਦੌਰਾਨ, ਰਾਜੀਵ ਗਾਂਧੀ ਦੀ ਸਰਕਾਰ ਦੇ ਸਮੇਂ ਕਿੰਨਵੀਂ ਨੰਬਰ ਅਮੈਂਡਮੈਂਟ ਦੇ ਦੌਰਾਨ 21 ਸਾਲ ਤੋਂ 18 ਸਾਲ ਤੱਕ ਉਮਰ ਘਟਾ ਕੇ ਕਰ ਦਿੱਤੀ ਗਈ, ਠੀਕ ਹੈ। ਰਾਈਟ ਟੂ ਵੋਟ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ, ਬਿਨਾਂ ਕਿਸੇ ਭੇਦਭਾਵ ਦੇ ਤੁਹਾਨੂੰ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇੱਕ ਚੰਗੇ ਉਹਨੂੰ ਆਪਣੀ ਸੋਚ ਨਾਲ ਪਾਓ। ਆਪਣੇ ਲਈ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ, ਮੈਂ ਕਿਸੇ ਖਾਸ ਨੂੰ ਪ੍ਰਮੋਟ ਨਹੀਂ ਕਰਦਾ। ਸਿੰਗਲ ਸਿਟੀਜ਼ਨਸ਼ਿਪ ਪਾਰਟ ਦੂਜੇ 'ਚ ਹੀ ਆ ਗਈ, ਆਰਟੀਕਲ 5 ਤੋਂ 11। ਇਕੱਲੀ ਇਕਹਿਰੀ ਨਾਗਰਿਕਤਾ ਹੈ ਬਾਈ, ਇਸ ਚੀਜ਼ ਦਾ ਧਿਆਨ ਰੱਖਿਓ। ਸਾਡੇ ਮੁਲਕ ਦੇ ਵਿੱਚ ਇਕੱਲੀ ਨਾਗਰਿਕਤਾ ਦਾ ਪ੍ਰਾਵਧਾਨ ਹੈ। 2019 ਤੱਕ ਇੱਕ ਇਕੱਲੀ ਸਟੇਟ ਸਨ, ਜਿਹਦਾ ਸਟੇਟ ਦਾ ਨਾਮ ਸੀਗਾ JK, ਅਤੇ JK ਦੇ ਵਿੱਚ ਡਿਊਲ ਨਾਗਰਿਕ ਸਿਟੀਜ਼ਨਸ਼ਿਪ ਹੁੰਦੀ ਸੀ, ਹੁਣ ਨਹੀਂ ਹੈ। ਬਟ ਇੱਕ ਚੀਜ਼ ਦਾ ਧਿਆਨ ਰੱਖਿਓ, ਇਕੱਲੀ ਨਾਗਰਿਕਤਾ ਪੂਰੇ ਮੁਲਕ 'ਚ। ਤੁਸੀਂ ਪਹਿਲਾਂ ਭਾਰਤੀ ਅਕਾਊਂਟ ਹੁੰਦੇ ਹੋ ਅਤੇ ਬਾਅਦ ਦੇ ਵਿੱਚ ਪੰਜਾਬੀ ਮਰਾਠੀ ਕਾਊਂਟ ਕੀਤੇ ਜਾਂਦੇ ਹੋ, ਦੈਟਸ ਇਟ, ਠੀਕ ਹੈ ਜੀ। ਮੈਂ ਪਾਰਟ ਸਪੈਸ਼ਲੀ ਤੁਹਾਡੇ ਯਾਦ ਕਰਨ ਲਈ, ਆਰਟੀਕਲ ਤੁਹਾਡੇ ਸਪੈਸ਼ਲੀ ਯਾਦ ਕਰਨ ਲਈ ਨਾਲ ਲਿਖੇ ਨੇ, ਹੋਰ ਕੋਈ ਮੇਰਾ ਪੁਆਇੰਟ ਆਫ ਵਿਊ ਨਹੀਂ ਹੈ, ਠੀਕ ਹੈ ਨੀ।
ਹਾਂਜੀ, ਅੱਗੇ ਐਮਰਜੈਂਸੀ ਪ੍ਰੋਵੀਜ਼ਨਸ, ਐਮਰਜੈਂਸੀ ਆਪਾਤਕਾਲੀਨ, ਜਿਹਨੂੰ ਕਿ ਬਲੈਕ ਟਾਈਮ ਆਫ ਇੰਡੀਆ ਵੀ ਕਿਹਾ ਜਾਂਦਾ, ਕਿਉਂਕਿ ਲੱਗਿਆ ਰਿਹਾ ਸੀ ਨਾ ਕਾਫੀ ਟਾਈਮ ਸਾਡੇ ਮੁਲਕ ਦੇ ਵਿੱਚ ਲੱਗਿਆ ਰਿਹਾ ਸੀ। 25 ਜੂਨ 1975-76 ਬਲੈਕ ਪਾਰਟ ਆਫ ਇੰਡੀਆਜ਼ ਡੈਮੋਕ੍ਰੇਸੀ ਕਿਹਾ ਜਾਂਦਾ। ਐਮਰਜੈਂਸੀ 3 ਤਰ੍ਹਾਂ ਦੀ ਹੁੰਦੀ ਹੈ ਸਟੂਡੈਂਟਸ। ਨੈਸ਼ਨਲ ਪ੍ਰੈਸੀਡੈਂਟ ਰੂਲ ਕਹਿਣਾ ਅੱਜ ਤੋਂ ਬਾਅਦ, ਸਟੇਟ ਐਮਰਜੈਂਸੀ ਨਹੀਂ ਕਹਿਣਾ, ਇਸ ਲਈ ਉਹਨੂੰ ਬਰੈਕਟ 'ਚ ਲਿਖਿਆ। ਅਤੇ ਇੱਕ ਫਾਈਨੈਂਸ਼ੀਅਲ ਐਮਰਜੈਂਸੀ। 3 ਐਮਰਜੈਂਸੀਜ਼। ਨੈਸ਼ਨਲ ਐਮਰਜੈਂਸੀ 352 ਨੰਬਰ ਆਰਟੀਕਲ 'ਚ, ਜਿਹੜੀ ਕਿ ਹਲੇ 2 ਤੋਂ 3 ਵਾਰ ਲੱਗ ਚੁੱਕੀ ਹੈ। ਫਾਈਨੈਂਸ਼ੀਅਲ ਐਮਰਜੈਂਸੀ ਜਿਹਦਾ ਕਿ 360 ਨੰਬਰ ਆਰਟੀਕਲ ਹੈ, ਜੋ ਕਿ ਕਦੇ ਵੀ ਨਹੀਂ ਲੱਗੀ। ਅਤੇ ਪ੍ਰੈਸੀਡੈਂਸ਼ੀਅਲ ਰੂਲ ਸਟੇਟ ਐਮਰਜੈਂਸੀ 356 ਅਤੇ 365 'ਚ ਆਉਂਦੀ ਹੈ। ਜਦੋਂ ਇਹਨੂੰ ਹੋਰ ਅੱਛੇ ਡਿਕਲੇਰੇਸ਼ਨਸ ਨਾਲ ਜਾਂ ਹੋਰ ਐਡ ਔਨ ਪੁਆਇੰਟਸ ਨਾਲ ਕਰਾਂਗੇ, ਉਦੋਂ ਤੁਹਾਨੂੰ ਵਧੀਆ ਐਕਸਪਲੇਨ ਹੋਰ ਵੀ ਕਰ ਦਿੱਤਾ ਜਾਊਗਾ, ਜਦੋਂ ਇਕੱਲਾ ਐਮਰਜੈਂਸੀ 'ਤੇ ਵੀਡੀਓ ਬਣੂ। ਇਹ 15 ਦੇ 15 ਪੁਆਇੰਟ ਤੁਹਾਡੇ 150 ਪੁਆਇੰਟ ਕਲੀਅਰ ਕਰਦੇ ਨੇ, ਅਤੇ 15 ਖੁਦ ਦੇ ਵਿੱਚ ਇੱਕ ਚੈਪਟਰ ਨੇ। ਤਾਂ ਹੀ ਮੈਂ ਸਟਾਰਟਿੰਗ 'ਚ ਵੀ ਕਿਹਾ ਸੀ, ਜਿਹਨੇ ਇਹ ਸੁਣ ਲਏ ਉਹਦਾ 50% ਕੰਮ ਡਨ ਹੋ ਗਿਆ। ਜਿਵੇਂ ਕਹਿੰਦੇ ਆ ਨਾ ਵੀ ਜਦੋਂ ਮੈਂ ਇਹ ਚੀਜ਼ ਪ੍ਰਣ ਕਰ ਲਈ ਵੀ ਮੈਂ ਕਰੇਗਾ, ਬਸ ਉਦੋਂ ਤੁਸੀਂ ਅੱਧਾ ਕੰਮ ਕਰ ਲਿਆ, ਬਸ ਅੱਧਾ ਰਹਿ ਗਿਆ, ਬਸ ਫਿਰ ਉਹ ਤਾਂ ਉਹਨੂੰ ਅਮਲੀ ਜਾਮਾ ਪਹਿਨਾਉਣਾ ਰਹਿ ਜਾਂਦਾ, ਅਤੇ ਅਦਰਵਾਈਜ਼ ਅਸੀਂ ਸਾਰਾ ਕੁਝ ਕਰ ਲਿਆ ਹੁੰਦਾ ਉਹ ਕਹਿਣ 'ਚ। ਅੱਗੇ ਇੰਡੀਪੈਂਡੈਂਸ ਬੋਡੀਜ਼। ਇੰਡੀਪੈਂਡੈਂਟ ਬੋਡੀ ਬਾਈ ਇਲੈਕਸ਼ਨ ਕਮਿਸ਼ਨ, ਇਲੈਕਸ਼ਨ ਕਮਿਸ਼ਨ, ਕੈਗ ਅਤੇ ਪਬਲਿਕ ਸਰਵਿਸ ਕਮਿਸ਼ਨ। ਇਲੈਕਸ਼ਨ ਕਮਿਸ਼ਨਸ 324 ਤੋਂ 329 ਦਾ ਆਰਟੀਕਲਸ ਪਾਰਟ 15ਵੇਂ 'ਚ ਆਉਂਦੇ ਨੇ। 3 ਇਲੈਕਸ਼ਨ ਕਮਿਸ਼ਨਸ ਨੇ, ਕਮਿਸ਼ਨਰਸ ਹੁੰਦੇ ਨੇ। ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ, ਉਹਦਾ ਨਾਮ ਮੈਂ ਖਾਲੀ ਛੱਡਿਆ। ਤੁਹਾਡੇ ਤੋਂ ਮੈਨੂੰ ਬਹੁਤ ਐਕਸਪੈਕਟੇਸ਼ਨਸ ਨੇ, ਸਾਰਿਆਂ ਤੋਂ, ਨੀਅਰ ਐਂਡ ਡੀਅਰਸ ਤੋਂ। ਜਾਣਦੇ ਆ ਜਿਹੜੇ, ਉਹ ਵੀ, ਜਿਹੜੇ ਨਹੀਂ ਜਾਣਦੇ ਉਹ ਵੀ। ਵੈਸੇ ਤਾਂ ਨਹੀਂ ਜਾਣਦੇ ਕਿਉਂਕਿ ਮੈਂ ਇੱਕ ਨਵਾਂ ਟੀਚਰ ਹਾਂ ਯੂਟਿਊਬ 'ਤੇ, ਜਾਂ ਵੈਸੇ ਵੀ ਠੀਕ ਹੈ, ਕੁਛ ਕੁ ਜਾਣਦੇ ਨੇ। ਤਾਂ ਸਾਰੇ ਇਹ ਚੀਜ਼ ਕੌਮੈਂਟਸ 'ਚ ਜ਼ਰੂਰ ਦੱਸਿਆ ਕਰੋ ਪਲੀਜ਼। ਮੈਨੂੰ ਇਹ ਹੁੰਦਾ ਹੈ ਵੀ ਤੁਸੀਂ ਆਨਸਰਿੰਗ ਕਰੋ, ਬਸ ਦੈਟਸ ਇਟ। ਇਲੈਕਸ਼ਨ ਕਮਿਸ਼ਨ ਨੇ ਪਹਿਲੇ ਇਲੈਕਸ਼ਨ ਕਦੋਂ ਕੰਡਕਟ ਕਰਾਏ, ਜਾਂ ਲੋਕ ਸਭਾ ਦੇ ਪਹਿਲੇ ਇਲੈਕਸ਼ਨ 1951-52 'ਚ ਹੋਏ ਸੀਗੇ ਜੀ। ਤਾਂ 1950 'ਚ ਓਬਵੀਅਸ ਹੈ ਇਲੈਕਸ਼ਨ ਕਮਿਸ਼ਨ ਬਣਿਆ ਹੋਊਗਾ, ਠੀਕ ਹੈ ਜੀ। ਤਾਂ ਤੁਸੀਂ ਪਹਿਲਾ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਵੀ ਦੱਸਣਾ, ਅਤੇ ਦੂਜਾ ਭਾਰਤੀ ਸਰਕਾਰ ਨੇ ਪਹਿਲਾਂ ਚੀਫ ਇੱਕੋ ਹੀ ਕਮਿਸ਼ਨਰ ਰੱਖਿਆ ਹੁੰਦਾ ਸੀਗਾ। ਉਹ 1970 ਕਦੇ ਜਾਂ ਨੇੜੇ ਨੇੜੇ ਜਾ ਕੇ 2 ਇਲੈਕਸ਼ਨ ਕਮਿਸ਼ਨ ਹੋਰ ਐਡ ਔਨ ਕਰਤੇ, ਫਿਰ ਉਹਨਾਂ ਨੂੰ ਫੇਰ ਇੰਪੀਚ ਕਰਤਾ, ਅਤੇ 86 ਤੋਂ 90 ਦੇ ਵਿਚਕਾਰ ਫਿਰ ਇਹਨਾਂ ਨੇ ਫੇਰ ਦੁਬਾਰਾ ਉਹ ਕਰਤੇ। ਖੇਡਾਂ ਕਿਤੇ ਕਿਤੇ ਸਾਡੀ ਲੀਡਰਸ਼ਿਪ ਆਪ ਵੀ ਬਹੁਤ ਕਰਦੀ ਰਹੀ ਹੈ, ਤਾਂ ਇਹਨਾਂ ਨੇ ਉਦੋਂ ਆਪ ਵੀ ਐਡ ਔਨ ਕਰਤੇ ਸੀਗੇ ਦੁਬਾਰਾ। ਪਹਿਲਾਂ ਲਾਤੇ, ਫੇਰ ਕੱਢਤੇ। ਉਸ ਤੋਂ ਬਾਅਦ ਕੰਪਟਰੋਲਰ ਆਡੀਟਰ ਜਨਰਲ, ਲੇਖਾਕਾਰ, ਉਪ ਲੇਖਾਕਾਰ, ਸਭ ਤੋਂ ਵੱਡਾ ਜਿਹੜਾ ਕਿ ਕਿਸੇ ਵੀ ਚੀਜ਼ ਨੂੰ ਆਡਿਟ ਕਰ ਸਕਦਾ। ਇਹ ਇੱਕ ਪੋਸਟ ਹੈ। ਪ੍ਰੈਜ਼ੈਂਟ ਕੈਗ ਕੌਣ ਹੈ ਉਹ ਤੁਸੀਂ ਦੱਸਣਾ। ਆਰਟੀਕਲ ਅਤੇ ਪਾਰਟ ਉੱਥੇ ਲਿਖੇ ਹੋਏ ਨੇ। ਪਬਲਿਕ ਸਰਵਿਸ ਕਮਿਸ਼ਨ, ਸਟੇਟ ਅਤੇ ਸੈਂਟਰ ਦੇ, ਠੀਕ ਹੈ ਜੀ। ਕਈ ਵਾਰ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਵੀ ਹੁੰਦਾ, ਬਟ ਉਹ ਫਿਰ ਪਾਰਲੀਮੈਂਟ ਦੀ ਸਪੈਸ਼ਲ ਆਰਡਰਸ ਨਾਲ ਕ੍ਰੀਏਟ ਕੀਤਾ ਜਾਂਦਾ। ਆਰਟੀਕਲ 315 ਤੋਂ 323, ਚੇਅਰਮੈਨ ਆਫ UPSC। ਮੈਨੂੰ ਕੌਮੈਂਟ ਸੈਕਸ਼ਨ ਦੇ ਵਿੱਚ ਦੱਸੋ, ਥੈਂਕ ਯੂ। ਅੱਗੇ 15ਵਾਂ ਪੁਆਇੰਟ, 3 ਟਾਇਰ ਗਵਰਨਮੈਂਟ। 3 ਤਰ੍ਹਾਂ ਦੀ ਸਰਕਾਰ ਹੈ, 2 ਤਰ੍ਹਾਂ ਦੀ ਨਹੀਂ ਹੈ, ਅੱਜ ਤੋਂ ਠੀਕ ਕਰ ਲੈਣਾ। ਪਹਿਲੀ ਹੈਗੀ ਹੈ ਸੈਂਟਰ ਲੈਵਲ ਦੀ, ਮੋਦੀ ਗਵਰਨਮੈਂਟ। ਪੰਜਾਬ 'ਚ ਸਟੇਟ ਲੈਵਲ ਤੀਜੀ ਹੁੰਦੀ ਹੈ ਲੋਕਲ ਸੈਲਫ ਗਵਰਨਮੈਂਟ। ਪੁਆਇੰਟ ਅੰਡਰਲਾਈਨ ਵੀ ਕਰ ਦਿੱਤਾ ਗਿਆ ਮੇਰੇ ਵੱਲੋਂ। ਲੋਕਲ ਸੈਲਫ ਗਵਰਨਮੈਂਟ 2 ਤਰ੍ਹਾਂ ਦੀ ਹੈ, ਕਿਹੜੀ? ਰੂਰਲ ਅਤੇ ਅਰਬਨ। ਅਰਬਨ 'ਚ ਮਿਊਨਸਿਪੈਲਿਟੀਜ਼, ਨਗਰ ਨਿਗਮ, ਹੈ ਨਾ, ਨਗਰ ਮਿਊਨਸੀਪਲ ਕਾਰਪੋਰੇਸ਼ਨਸ ਪੰਜਾਬ 'ਚ 13 ਨੇ। ਅਤੇ ਕਿਹੜੀ ਨਵੀਂ ਬਣੀ ਹੈ ਆਪ ਜੀ ਦੱਸਣਗੇ। ਅਤੇ ਰੂਰਲ 'ਚ ਪੰਚਾਇਤੀ ਰਾਜ। ਹੂ ਇਜ਼ ਦਾ ਫਾਦਰ ਆਫ ਪੰਚਾਇਤੀ ਰਾਜ ਇਨ ਇੰਡੀਆ? ਸਾਰੇ ਕਹਿੰਦੇ ਨੇ ਸਰ ਵੀ ਇਹ ਪੰਚਾਇਤੀ ਰਾਜ ਦਾ ਕੰਸੈਪਟ 1880 ਤੋਂ ਲੈ ਕੇ 84 ਤੱਕ ਵਾਇਸਰਾਏ ਰਹੇ ਲਾਰਡ ਰਿਪਨ, ਜੋ ਕਿ ਭਾਰਤੀਆਂ ਦਾ ਬਹੁਤ ਹਿਮੈਤੀ ਸੀ, ਭਾਰਤੀਆਂ ਨਾਲ ਬਹੁਤ ਵਧੀਆ ਸੰਬੰਧ ਰੱਖਦਾ ਸੀ ਜਾਂ ਪਸੰਦ ਕਰਦੇ ਸੀ ਲੋਕ ਉਹਨੂੰ। ਉਹਨੇ ਲੋਕਲ ਸੈਲਫ ਗਵਰਨਮੈਂਟ ਦਾ ਆਈਡੀਆ ਦਿੱਤਾ ਸੀ। ਅੱਜ ਦਾ ਨਹੀਂ ਹੈ, 1950 ਦਾ ਨਹੀਂ ਹੈ, ਬਹੁਤ ਪੁਰਾਣਾ ਕੰਸੈਪਟ ਹੈ, ਠੀਕ ਹੈ। 24 ਅਪ੍ਰੈਲ ਪੰਚਾਇਤੀ ਰਾਜ ਦਿਵਸ, 21 ਅਪ੍ਰੈਲ ਸਿਵਲ ਸਰਵੈਂਟ ਡੇ। ਸੋ ਪੰਚਾਇਤੀ ਰਾਜ, ਰੂਰਲ। ਪੰਜਾਬ ਦੀ 96% ਆਬਾਦੀ ਰੂਰਲ ਹੈ, ਇੰਡੀਆ ਦੀ 60% ਆਬਾਦੀ ਰੂਰਲ ਹੈ, 4% ਅਰਬਨ ਹੈ। ਸਿਰਫ ਆਪਾਂ ਪੰਜਾਬ ਦੇ ਜਿਹੜੇ ਸ਼ਹਿਰੀ ਲੋਕ ਆ। ਤਾਂ ਦੂਸਰੀ ਕੁਐਸਚਨ ਮਿਊਨਸਿਪੈਲਿਟੀ। ਲੋਕਲ ਸੈਲਫ ਗਵਰਨਮੈਂਟ 2 ਪਾਰਟਸ ਡਿਵਾਈਡਡ ਹੈ। ਪਹਿਲਾ ਤੁਹਾਡਾ ਪੰਚਾਇਤੀ ਰਾਜ, ਦੂਜਾ ਅਰਬਨ ਵਾਲਾ ਮਿਊਨਸਿਪੈਲਿਟੀਜ਼। ਪੰਜਾਬ 'ਚ ਕਿੰਨੀਆਂ ਨੇ ਦੱਸੋ, ਨਵੀਂ ਕਿਹੜੀ ਬਣੀ ਦੱਸੋ। ਪੰਚਾਇਤੀ ਰਾਜ ਦਾ ਫਾਦਰ ਮੈਂ ਤੁਹਾਨੂੰ ਦੱਸਤਾ ਲਾਰਡ ਰਿਪਨ, 1880 ਤੋਂ 84 ਤੱਕ ਰਹੇ ਸਨ, ਬਹੁਤ ਵਧੀਆ ਕਾਮਗਾਰ ਸਾਬਿਤ ਹੋਏ। ਅਤੇ
ਉਸ ਤੋਂ ਬਾਅਦ 1956-57 ਦੇ ਅੰਡਰ ਪੀਪਲਜ਼ ਰਿਪਰੈਜ਼ੈਂਟੇਸ਼ਨ ਐਕਟ ਆਫ 1951 ਦੇ ਅੰਡਰ ਵੀ ਇੱਕ ਬੰਦਾ ਸੀਗਾ ਬਲਵੰਤ ਰਾਏ ਮਹਿਤਾ, ਅਸ਼ੋਕ ਨਿਕਲ ਗਿਆ, ਬਲਵੰਤ ਰਾਏ ਮਹਿਤਾ, ਜਿਹਨੂੰ ਵੀ ਪੰਚਾਇਤੀ ਰਾਜ ਦਾ ਫਾਦਰ ਮੰਨਿਆ ਜਾਂਦਾ। ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਥਾਪਿਤ ਕਿੱਥੇ ਹੋਇਆ? ਇਹ ਹੋਇਆ ਜੀ ਤੁਹਾਡਾ ਰਾਜਸਥਾਨ ਨਗੌਰ ਡਿਸਟ੍ਰਿਕਟ, ਉਹਦੇ ਕਿਸੇ ਪਿੰਡ ਦੇ ਵਿੱਚ। ਸਭ ਤੋਂ ਪਹਿਲੀ ਮਿਊਨਸੀਪਲ ਕਾਰਪੋਰੇਸ਼ਨਸ ਮਦਰਾਸ 'ਚ 1687 ਦੇ ਵਿੱਚ ਬਣਾਈ ਗਈ। ਦੈਟਸ ਇਟ। ਠੀਕ ਹੈ ਜੀ। ਅਗਲਾ ਲਾਸਟ ਪੁਆਇੰਟ, ਕੋਆਪਰੇਟਿਵ ਸੁਸਾਇਟੀਜ਼ ਪਿੰਡਾਂ ਦੇ ਵਿੱਚ ਸਭ ਨੂੰ ਪਤਾ ਹੋਣਾ ਹੁੰਦੀਆਂ ਨੇ। ਕੋਆਪਰੇਟਿਵ ਸੁਸਾਇਟੀਜ਼ 97th ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਅੰਡਰ 2011 ਦੇ ਵਿੱਚ ਇਹਨੂੰ ਕੌਨਸਟੀਟਿਊਸ਼ਨਲਾਈਜ਼ ਕਰ ਦਿੱਤਾ ਗਿਆ ਅਤੇ ਇਹਨੂੰ ਸਟੇਟਸ ਦਿੱਤਾ ਗਿਆ ਅਤੇ ਪਾਰਟ 9B ਸਪੈਸ਼ਲ ਉਸਾਰਿਆ ਗਿਆ, ਬਣਾਇਆ ਗਿਆ। ਪਾਰਟ 9B ਫਿਰ ਪਾਰਟਸ ਦੀ ਗੱਲ ਆ ਗਈ, ਔਰ ਮੈਂ ਇਹ ਆਪਣੇ ਦੂਜੇ ਲੈਕਚਰ ਦੇ ਵਿੱਚ ਬੜੇ ਈਜ਼ੀਲੀ ਕੰਸੈਪਟ ਸਮਝਾਇਆ ਸੀ। ਪਾਰਟ 9B ਹੈ ਜਿਹੜਾ, ਉਹ ਸਾਰਿਆਂ ਨੇ ਧਿਆਨ ਦੇਣਾ ਹੈ। ਉਹ ਕੋਆਪਰੇਟਿਵ ਸੁਸਾਇਟੀਜ਼ ਦਾ ਅਸ਼ੋਰੈਂਸ ਹੈ। ਇਹਨਾਂ ਤਿੰਨਾਂ 'ਚੋਂ ਕੁਐਸਚਨ ਆ ਜਾਂਦਾ, ਦੋਨਾਂ 'ਚੋਂ, ਜਾਂ ਪੰਚਾਇਤਾਂ 'ਚੋਂ ਜਾਂ ਕੋਆਪਰੇਟਿਵ। PPSC 13 ਫਰਵਰੀ 2021, ਠੀਕ ਹੈ ਨਾ, ਉਹਦੇ ਵਿੱਚ ਵੀ ਇੱਕ ਕੁਐਸਚਨ ਇਹੋ ਜਿਹਾ ਸੀ। ਸੋ ਸਟੂਡੈਂਟ ਧਿਆਨ ਨਾਲ, ਆਰਟੀਕਲ 19 ਦੇ ਵਿੱਚ ਰਾਈਟ ਟੂ ਫਾਰਮ ਅ ਕੋਆਪਰੇਟਿਵ ਸੁਸਾਇਟੀਜ਼ ਜਾਂ ਰਾਈਟ ਟੂ ਫਾਰਮ ਅ ਸੁਸਾਇਟੀਜ਼, ਠੀਕ ਹੈ। ਫੰਡਾਮੈਂਟਲ ਰਾਈਟ 'ਚ ਵੀ ਇਹ ਲਾਈ ਕਰਦਾ। DPSP ਦੇ ਵਿੱਚ 43B ਆਰਟੀਕਲ ਦੇ ਅੰਡਰ ਵੀ ਲਾਈ ਕਰਦਾ, ਅਤੇ 243ZH ਤੋਂ ਲੈ ਕੇ 243ZT ਤੱਕ ਤਾਂ ਇਹਦੇ ਖੁਦ ਦੇ ਹੀ ਆਰਟੀਕਲ ਨੇ ਕੋਆਪਰੇਟਿਵ ਸੁਸਾਇਟੀਜ਼ 9th B। ਅਤੇ ਲਾਸਟ ਲਾਈਨ ਉਹੀ ਲਿਖੀ ਹੈ ਕਿ ਸੇਲੀਐਂਟ ਫੀਚਰ ਜਸਟ ਸਾਡੇ ਸੰਵਿਧਾਨ ਦਾ, ਹੋਰ ਕੁਛ ਨਹੀਂ ਨੇ। ਇੱਕ ਆਮ ਭਾਸ਼ਾ ਦੇ ਵਿੱਚ ਅਗਰ ਆਪਾਂ ਚੱਲਦੇ ਹਾਂ ਤਾਂ ਇਹ ਸਾਡੇ ਸੰਵਿਧਾਨ ਦਾ ਫੁੱਲ ਫੇਸ ਨਹੀਂ। ਇਹ 15 ਪੁਆਇੰਟ ਤੁਹਾਨੂੰ ਸਭ ਕੁਛ ਕਲੀਅਰ ਕਰ ਦੇਣਗੇ, ਸਭ ਕੁਛ A to Z। ਇਹਨੂੰ ਜਿੰਨੀ ਵਾਰ ਜ਼ਿਆਦਾ ਤੋਂ ਜ਼ਿਆਦਾ ਸੁਣ ਸਕਦੇ ਹੋ ਉਨੀ ਵਾਰ ਸੁਣੋ, ਉਨੀ ਵਾਰ ਦੱਸੋ। ਕਮੈਂਟ ਸੈਕਸ਼ਨ ਜ਼ਰੂਰ ਭਰਿਆ ਕਰੋ, ਠੀਕ ਹੈ ਨਾ, ਤਾਂ ਜੋ ਤੁਹਾਨੂੰ ਪਤਾ ਲੱਗੇ, ਸਾਨੂੰ ਵੀ ਪਤਾ ਲੱਗੇ ਸਾਡੀਆਂ ਕੀ ਉਹ ਰਹਿ ਜਾਂਦੀਆਂ ਨੇ ਡੈਫੀਸ਼ੈਂਸੀਜ਼, ਤਾਂ ਅਸੀਂ ਉਸ ਚੀਜ਼ ਨੂੰ ਉਹ ਕਰ ਸਕੀਏ। ਠੀਕ ਹੈ ਜੀ। ਅਤੇ ਅਗਲਾ ਲੈਕਚਰ ਹੁਣ ਪੋਲਿਟੀ ਦਾ ਸੈਕਸ਼ਨ ਥੋੜ੍ਹਾ ਬੰਦ ਕਰ ਦਿੱਤਾ ਜਾਊਗਾ। ਪੋਲਿਟੀ ਦਾ ਸੈਕਸ਼ਨ 2 ਦਿਨ ਰੁਕ ਕੇ ਪੋਲਿਟੀ ਦੀ ਵੀਡੀਓ ਆਊਗੀ। ਕੱਲ੍ਹ ਨੂੰ ਜੇ ਵੀਡੀਓ ਪਊਗੀ ਤਾਂ 30 ਕਰੰਟ ਅਫੇਅਰਸ ਦੀ ਪਊਗੀ। ਉਹਦੇ ਨਾਲ ਉਹ ਕਰੰਟ ਦਾ ਹਿਸਟਰੀ, ਪੋਲੀਟੀਕਲ ਜੋ ਵੀ ਲਿੰਕ ਟੱਚ ਹੁੰਦੇ ਹੋਣਗੇ ਦੱਸੇ ਜਾਣਗੇ। ਅਤੇ ਇੱਕ ਯੂਨਾਈਟਿਡ ਨੇਸ਼ਨਸ 'ਤੇ ਦੂਜੀ ਵਰਲਡ ਦੀਆਂ ਜਿੰਨੀਆਂ ਵੀ ਤੁਹਾਡੀਆਂ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਨੇ ਉਸ 'ਤੇ ਵੀਡੀਓ ਪਾਈ ਜਾਏਗੀ। ਠੀਕ ਹੈ। ਥੈਂਕ ਯੂ। ਗੋਡ ਬਲੈਸ ਯੂ।